ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਸਾਗੂ ਐਜੂਕੇਸ਼ਨ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਨਾਨਕ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਦੇ ਉੱਪਰ ਕੁਝ ਪ੍ਰਮੁੱਖ ਗੱਲਾਂ ਦੇ ਉੱਪਰ ਚਰਚਾ ਕਰਾਂਗੇ। ਸਾਡੇ ਕੋਲ ਜੋ ਪਹਿਲੀ ਕਿਤਾਬ ਹੈ ਸਾੜ ਸਤੀ ਕਿਤਾਬ ਆ, ਜੋ ਇਹ ਨਾਨਕ ਸਿੰਘ ਦੇ ਨਾਟਕਾਂ ਦੀ ਕਿਤਾਬ ਹੈ। ਇਸ ਦੇ ਵਿੱਚ ਨਾਟਕ ਦਿੱਤੇ ਹੋਏ, ਨਾਟਕ ਹੀ ਲਿਖਿਆ ਮਿਲਿਆ ਮੈਨੂੰ ਦੋ ਕੁ ਜਗ੍ਹਾ ਦੇਖਿਆ, ਕਿਸੇ ਨੂੰ ਇਕਾਂਗੀ ਲਿਖਿਆ ਹੋਇਆ। ਸੰਤ ਸਿੰਘ ਸੇਖੋਂ ਦੀਆਂ ਕੁਝ ਕੁ ਸਤਰਾਂ ਆਪਾਂ ਦੇਖ ਲਈਏ। ਮੁੱਖ ਬੰਦਾ ਜੋ ਕਿਤਾਬਾਂ ਦੇ ਆਪਾਂ ਨਾਲ ਪੜ੍ਹ ਲਵਾਂਗੇ, ਜੇ ਕੁਝ ਕੰਮ ਦਾ ਹੋਇਆ ਤੁਹਾਨੂੰ ਦੱਸ ਦਵਾਂਗਾ ਨਾਲ। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਨਾਨਕ ਸਿੰਘ ਹਿੰਦੁਸਤਾਨ ਦਾ ਮਹਾਨ ਨਾਵਲਕਾਰ ਹੈ। ਵਿੰਧਿਆ ਪਰਬਤ ਤੋਂ ਉੱਤਰ ਦੇ ਭਾਰਤ ਵਿੱਚ ਇਹ ਨਾਵਲਕਾਰ ਬੰਕਮ ਚੰਦਰ ਚੈਟਰਜੀ ਅਤੇ ਸ਼ਰਤ ਚੰਕਰ ਚੈਟਰਜੀ, ਇਹ ਚੰਦਰ ਹੀ ਹੈ, ਠੀਕ ਹੈ, ਸ਼ਰਤ ਚੰਕਰ ਨਹੀਂ, ਸ਼ਰਤ ਚੰਦਰ ਚਟੋਪਾਧਿਆ ਚੈਟਰਜੀ ਜਿਸ ਨੂੰ ਕਿਹਾ ਜਾਂਦਾ, ਨਾਲ ਤੁਲਨਾ ਖਾਂਦਾ ਹੈ। ਇੱਕ ਹੋਰ ਪੱਖ ਤੋਂ ਨਾਨਕ ਸਿੰਘ ਹਿੰਦੀ ਨਾਵਲਕਾਰ ਪ੍ਰੇਮ ਚੰਦ ਤੋਂ ਮਹਾਨ ਕਿਹਾ, ਠੀਕ ਹੈ। ਸੇਖੋਂ ਜੀ ਨੇ ਨਾਨਕ ਸਿੰਘ ਨੂੰ ਪ੍ਰੇਮ ਚੰਦ ਤੋਂ ਮਹਾਨ ਅਤੇ ਉਪਰੋਕਤ ਬੰਗਾਲੀ ਨਾਵਲਕਾਰ ਦਾ ਹਮਜੋਲੀ ਹੈ। ਉਪਰੋਕਤ ਮਤਲਬ ਉੱਪਰਲਾ, ਜੋ ਬੰਗਾਲੀ ਹੈ ਸ਼ਰਤ ਚੰਦਰ ਚੈਟਰਜੀ, ਇਹ ਉਪਰੋਕਤ ਇਹਨਾਂ ਦਾ ਹਮਜੋਲੀ ਹੈ। ਉਹ ਪੱਖ ਹੈ ਇਸ ਦੇ ਸ਼੍ਰੇਣੀ ਸੁਭਾਅ ਦਾ। ਨਾਨਕ ਸਿੰਘ ਪੰਜਾਬੀ ਮੱਧ ਸ਼੍ਰੇਣੀ ਦਾ ਵਿਆਖਿਆਕਾਰ ਹੈ, ਜਿਵੇਂ ਬੰਕਮ ਚੰਦਰ ਅਤੇ ਸ਼ਰਤ ਚੰਦਰ ਮੱਧ ਸ਼੍ਰੇਣੀ ਦੇ ਵਿਆਖਿਆਕਾਰ ਹਨ। ਮੱਧ ਸ਼੍ਰੇਣੀ ਦਾ ਵਿਆਖਿਆਕਾਰ ਕਿਹਾ ਸੰਤ ਸਿੰਘ ਸੇਖੋਂ ਨੇ ਨਾਨਕ ਸਿੰਘ ਨੂੰ। ਨਾਨਕ ਸਿੰਘ ਨਾਵਲ ਕਲਾ ਵਿੱਚ ਪੰਜਾਬੀ ਸਾਹਿਤ ਦਾ ਪ੍ਰਧਾਨ ਪੁਰਖ ਹੈ, ਜਿਸ ਦੇ ਤੁਲ ਹਾਲੀ ਸਮੇਂ ਨੇ ਪੰਜਾਬੀ ਦੇ ਕਿਸੇ ਹੋਰ ਲਿਖਾਰੀ ਨੂੰ ਪ੍ਰਵਾਨ ਨਹੀਂ ਕੀਤਾ। ਇਸ ਕਿਤਾਬ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਸਾੜ ਸਤੀ, ਮਹਾਤਮਾ, ਜੈ ਬਸੰਤਰ ਦੇਵਤਾ, ਭਾਈ ਕਨਈਆ, ਚੋਰਾਂ ਤੇ ਮੋਰ, ਚੌੜ ਚਾਨਣ, ਪਾਪ ਦਾ ਫਲ, ਸ਼ਰਾਬੀ, ਧੋਬੀ ਦਾ ਕੁੱਤਾ। ਇਸ ਦੇ ਵਿੱਚ ਕੁਝ ਕੁ ਪਾਤਰ ਇਸ ਤਰ੍ਹਾਂ ਦਿੱਤੇ ਹੋਏ ਨਾਟਕਾਂ ਦੀ ਤਰ੍ਹਾਂ, ਠੀਕ ਹੈ। ਲਓ ਵੀ ਚਲਾ ਲਿਆ ਪੁਰਾਣੇ ਗੀਤ ਬਾਪੂ ਨੇ, ਤੇ ਧਿਆਨ ਨਾਲ ਸੁਣ ਲੈਣਾ, ਆਵਾਜ਼ ਉੱਚੀ ਕਰ ਰਿਹਾ ਵੀ। ਨਾਨਕ ਸਿੰਘ ਦੀ ਅਗਲੀ ਕਿਤਾਬ ਆ ਜੋ ਆਪਣੇ ਕੋਲ ਸੁਨਹਿਰੀ ਜਿਲਦ। ਇਹਦੇ ਵਿੱਚ ਕਹਾਣੀਆਂ ਮਿਲਦੀਆਂ ਆਪਾਂ ਨੂੰ, ਠੀਕ ਹੈ, ਕਹਾਣੀਆਂ ਮਿਲਦੀਆਂ ਇਹਦੇ ਵਿੱਚ ਆਪਾਂ ਨੂੰ। ਸੁਨਹਿਰੀ ਜਿਲਦ, ਭਗਤ ਜੀ, ਤਾਸ਼ ਦੀ ਆਦਤ, ਰੱਬ ਆਪਣੇ ਅਸਲੀ ਰੂਪ ਵਿੱਚ, ਅਰਜੀ, ਲక్ష్ਮੀ ਪੂਜਾ, ਉੱਚਾ ਨੱਕ, ਵੱਡਾ ਡਾਕਟਰ, ਮਾਂ ਦੀ ਦੌਲਤ, ਹਨੇਰਾ ਚੰਨ, ਪ੍ਰਭਾਤ ਦਾ ਸੁਪਨਾ। ਇਹਨਾਂ ਨੂੰ ਧਿਆਨ ਵਿੱਚ ਰੱਖਣਾ। ਇੱਥੇ ਵੀ ਮੁੱਖ ਬੰਦ ਦੇ ਵਿੱਚ ਨਾਨਕ ਸਿੰਘ ਨੇ ਕੁਝ ਕੁ ਲਿਖਿਆ ਆਪਣੇ ਬਾਰੇ, ਜੋ ਆਪਾਂ ਨੂੰ ਪੜ੍ਹਨਾ ਚਾਹੀਦਾ। ਕਹਾਣੀਆਂ ਮੈਂ ਕੋਈ ਬਹੁਤੀਆਂ ਨਹੀਂ ਲਿਖੀਆਂ, ਪਰ ਲਿਖਣ ਦਾ ਠਰਕ ਚਰੱਕਾ ਹੈ। ਸ਼ਾਇਦ ਅੱਜ ਤੋਂ 30 ਸਾਲ ਪਹਿਲਾਂ ਮੈਂ ਸਭ ਤੋਂ ਪਹਿਲੀ ਕਹਾਣੀ ਲਿਖੀ ਸੀ। ਇਹ ਉਦੋਂ ਦਾ ਜ਼ਿਕਰ ਹੈ ਜਦੋਂ ਸਵਰਗਵਾਸੀ ਗਿਆਨੀ ਕਰਤਾਰ ਸਿੰਘ ਹਿਤਕਾਰੀ, ਅੰਮ੍ਰਿਤਾ ਪ੍ਰੀਤਮ ਦੇ ਪਿਤਾ, ਲਾਹੌਰ ਤੋਂ ਰਣਜੀਤ ਨਗਾਰਾ ਨਾਂ ਦਾ ਰਸਾਲਾ ਕੱਢਿਆ ਕਰਦੇ ਸਨ। 2-4 ਕਹਾਣੀਆਂ ਲਿਖ ਚੁੱਕਣ ਤੋਂ ਬਾਅਦ ਇੱਕ ਦਿਨ ਸੋਚ ਆਈ ਕਿ ਮੇਰੀ ਵੀ ਕੋਈ ਕਹਾਣੀ ਕਦੇ ਕਿਸੇ ਰਸਾਲੇ ਵਿੱਚ ਛਪੇਗੀ, ਅਤੇ ਇਸ ਤੋਂ ਕੁਝ ਦਿਨ ਬਾਅਦ ਮੈਂ ਇੱਕ ਕਹਾਣੀ ਸੋਧ ਬਣਾ ਕੇ ਰਣਜੀਤ ਨਗਾਰੇ ਦੇ ਪਤੇ ਤੇ ਭੇਜ ਦਿੱਤੀ। ਭਾਵੇਂ ਕਿ ਉਸ ਦੇ ਛਪਣ ਦੀ ਉਮੀਦ ਮੈਨੂੰ ਨਹੀਂ ਦੇ ਬਰਾਬਰ ਸੀ, ਤੇ ਮੇਰਾ ਕਿਆਸ ਠੀਕ ਹੀ ਨਿਕਲਿਆ। ਜਦ ਕੁਝ ਦਿਨਾਂ ਬਾਅਦ ਉਹੀ ਕਹਾਣੀ ਮੈਨੂੰ ਵਾਪਸ ਆ ਗਈ, ਤੇ ਨਾਲ ਐਡੀਟਰ ਵੱਲੋਂ ਇੱਕ ਚਿੱਠੀ ਵੀ, ਜਿਸ ਵਿਚਲੇ ਸ਼ਬਦ ਮੈਨੂੰ ਅੱਜ ਵੀ ਹੂਬਹੂ ਯਾਦ ਨੇ। ਕਹਾਣੀ ਧੰਨਵਾਦ ਸਾਹਿਤ ਵਾਪਸ ਭੇਜੀ ਜਾਂਦੀ ਹੈ, ਅਜੇ ਦਿੱਲੀ ਦੂਰ ਹੈ। ਜੇ ਦ੍ਰਿੜਤਾ ਨਾਲ ਮਿਹਨਤ ਕਰੀ ਜਾਓਗੇ ਤਾਂ ਅਵਸ਼ ਕਦੀ ਪਹੁੰਚ ਜਾਓਗੇ। ਇਸ ਤੋਂ ਬਾਅਦ ਦੇਖੋ ਉਹ ਦਿੱਲੀ ਪਹੁੰਚ ਹੀ ਗਏ। ਦਿੱਲੀ ਦੂਰ ਹੈ ਪੜ੍ਹ ਕੇ ਮੈਨੂੰ ਕੁਝ ਨਿਰਾਸ਼ਾ ਹੋਈ, ਪਰ ਪਹੁੰਚ ਜਾਓਗੇ ਪੜ੍ਹ ਕੇ ਮੇਰੀ ਨਿਰਾਸ਼ਾ ਆਸ਼ਾ ਵਿੱਚ ਬਦਲ ਗਈ, ਤੇ ਮੈਂ ਲੱਕ ਬੰਨ੍ਹ ਕੇ ਦਿੱਲੀ ਪਹੁੰਚਣ ਦਾ ਇਰਾਦਾ ਬਣਾ ਲਿਆ। ਲਗਾਤਾਰ ਕਹਾਣੀਆਂ ਲਿਖਦਾ ਚਲਾ ਗਿਆ, ਤੇ ਉਸ ਤੋਂ 2-3 ਮਹੀਨੇ ਬਾਅਦ ਮੇਰੀ ਪਹਿਲੀ ਕਹਾਣੀ ਰੱਖੜੀ ਉਸੇ ਪਰਚੇ ਵਿੱਚ ਛਪੀ, ਰਣਜੀਤ ਨਗਾਰੇ ਵਿੱਚ। ਛਾਪਣ ਤੋਂ ਛੁੱਟ ਇੱਕ ਚਿੱਠੀ ਰਾਹੀਂ ਐਡੀਟਰ ਜੀ ਵੱਲੋਂ ਮੈਨੂੰ ਸ਼ਾਬਾਸ਼ੀ
ਤੇ ਆਸ਼ੀਰਵਾਦ ਵੀ ਮਿਲਿਆ, ਜਿਸ ਨੇ ਮੇਰਾ ਹੌਸਲਾ ਕਾਫੀ ਵਧਾ ਦਿੱਤਾ। ਮੁੱਢਲੇ 4-5 ਸਾਲ ਵਿੱਚ ਮੈਂ ਕਹਾਣੀਆਂ ਲਿਖਣ ਵਿੱਚ ਕਾਫੀ ਤੇਜ਼ੀ ਦਿਖਾਈ, ਪਰ ਮਗਰੋਂ ਜਿਉਂ-ਜਿਉਂ ਨਾਵਲ ਲਿਖਣ ਵੱਲ ਰੁਝਾਨ ਹੁੰਦਾ ਗਿਆ, ਕਹਾਣੀ ਵੱਲ ਉਨਾ ਹੀ ਘਟਦਾ ਚਲਾ ਗਿਆ। ਕੇਵਲ ਕਦੇ-ਕਦਾਈ ਹੀ ਲਿਖਦਾ ਸਾਂ, ਸੋ ਵੀ ਉਦੋਂ ਜਦੋਂ ਕਿਸੇ ਸੰਪਾਦਕ ਵੱਲੋਂ ਵਧੇਰੇ ਮੰਗ ਕੀਤੀ ਜਾਂਦੀ। ਇਹ ਕਹਾਣੀ ਸੰਗ੍ਰਹਿ ਮੇਰੀ ਕੋਈ ਨਵੀਂ ਕ੍ਰਿਤ ਨਹੀਂ, ਸਗੋਂ ਅੱਜ ਤੀਕ ਲਿਖੀਆਂ 80 ਦੇ ਲਗਭਗ ਕਹਾਣੀਆਂ ਵਿੱਚੋਂ ਚੁਣੀਆਂ ਹੋਈਆਂ ਕੁਝ ਕਹਾਣੀਆਂ ਦਾ ਇਕੱਠ ਹੈ। ਇਹਨਾਂ ਦੀ ਚੋਣ ਮੈਂ ਵਧੀਆ ਘਟੀਆ ਦੇ ਖਿਆਲੋਂ ਨਹੀਂ ਕੀਤੀ, ਬਲਕਿ ਇਸ ਖਿਆਲੋਂ ਕੀਤੀ ਹੈ ਕਿ ਬੀਤੇ 30 ਸਾਲਾਂ ਵਿੱਚ ਜਿੰਨਾ ਕੁਝ ਵੀ ਕਹਾਣੀ ਦੇ ਰੂਪ ਵਿੱਚ ਮੈਂ ਲਿਖਿਆ ਹੈ, ਉਸ ਦੀ ਸ਼ੁਰੂ ਤੋਂ ਲੈ ਕੇ ਛੇਕੜ ਤੀਕ ਦੀ ਵੰਨਗੀ ਪੇਸ਼ ਕਰ ਸਕਾਂ। ਜਿਨ੍ਹਾਂ ਵਿਸ਼ਿਆਂ ਉੱਪਰ ਲਿਖ ਚੁੱਕਾ ਹਾਂ, ਉਹਨਾਂ ਨੂੰ ਸਾਵੇਂ ਰੱਖ ਕੇ ਇੱਕ ਦੋ ਕਹਾਣੀਆਂ ਇਸ ਪੁਸਤਕ ਵਿੱਚ ਦੇਣ ਦਾ ਯਤਨ ਕੀਤਾ। ਸੁਨਹਿਰੀ ਜਿਲਦ ਤੇ ਰੱਬ ਆਪਣੇ ਅਸਲੀ ਰੂਪ ਵਿੱਚ ਰਾਹੀਂ ਫਿਰਕਾ ਪ੍ਰਸਤੀ ਦੇ ਜ਼ਹਿਰੀਲੇ ਅਸਰਾਂ ਅਤੇ ਇਤਿਹਾਦ ਦੇ ਸੁੱਚੇ ਅਮਲਾਂ ਦੀ ਵੰਨਗੀ ਪੇਸ਼ ਕੀਤੀ ਹੈ। ਸੁਨਹਿਰੀ ਜਿਲਦ ਤੇ ਰੱਬ ਆਪਣੇ ਅਸਲੀ ਰੂਪ ਦੇ ਵਿੱਚ ਆਪਾਂ ਨੂੰ ਫਿਰਕਾ ਪ੍ਰਸਤੀ ਦਾ ਜਿਹੜਾ ਜ਼ਹਿਰ ਆ ਉਸ ਸਮੇਂ ਵਿੱਚ ਲੋਕਾਂ ਵਿੱਚ ਇਹ ਮਿਲਦਾ। ਤਾਸ਼ ਦੀ ਆਦਤ ਤੇ ਵੱਡਾ ਡਾਕਟਰ, ਇਸ ਵਿੱਚ ਬੱਚੇ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਤਾਸ਼ ਦੀ ਆਦਤ ਵੱਡਾ ਡਾਕਟਰ ਦੇ ਵਿੱਚ ਬੱਚੇ ਦਾ ਮਨੋਵਿਗਿਆਨਕ ਪੱਖ ਮਿਲਦਾ ਆਪਾਂ ਨੂੰ। ਮਾਂ ਦੀ ਦੌਲਤ ਤੇ ਹਨੇਰਾ ਚੰਨ ਵਿੱਚ ਵਾਸਤਲ ਰਸ ਦੀ ਝਾਕੀ ਦਿਖਲਾਉਣ ਦਾ ਯਤਨ ਕੀਤਾ ਹੈ। ਮਾਂ ਦੀ ਦੌਲਤ ਹਨੇਰਾ ਚੰਨ ਦੇ ਵਿੱਚ ਯਥਾਰਥ ਨੂੰ ਪੇਸ਼ ਕੀਤਾ। ਲక్ష్ਮੀ ਪੂਜਾ ਰਾਹੀਂ ਮੌਜੂਦਾ ਨਿਜ਼ਾਮ ਉੱਤੇ ਵਿਅੰਗ ਭਰੀ ਚੋਟ ਹੈ। ਲక్ష్ਮੀ ਪੂਜਾ ਦੇ ਵਿੱਚ ਆਪਾਂ ਨੂੰ ਇੱਕ ਵਿਅੰਗ ਭਰੀ ਚੋਟ ਮਿਲਦੀ ਹੈ ਉਸ ਸਮੇਂ ਦੇ ਮੌਜੂਦਾ ਸਮਾਜ ਦੇ ਉੱਪਰ, ਕਿ ਕਿਸ ਤਰ੍ਹਾਂ ਇੱਕ ਕੋਮਲ ਕਲਾਕਾਰ ਨੂੰ ਅਪੇਖਿਆ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਨਾਲ ਘੋਲ ਕਰਨਾ ਪੈਂਦਾ ਹੈ। ਪ੍ਰਭਾਤ ਦਾ ਸੁਪਨਾ ਅਤੇ ਆਰਜੀ ਹਾਸ ਰਸਮਈ ਕਹਾਣੀਆਂ ਦਾ ਤਰੇਗੜਾ ਹੈ। ਪ੍ਰਭਾਤ ਦਾ ਸੁਪਨਾ, ਆਰਜੀ ਇਹ ਹਾਸ ਰਸਮਈ ਕਹਾਣੀਆਂ। ਅੱਗੇ ਹੈ ਭਗਤ ਜੀ ਕਹਾਣੀ। ਭਗਤ ਜੀ ਕਹਾਣੀ ਵਿੱਚ ਇੱਕ ਸਧਾਰਨ ਘਰ-ਬਾਰੀ ਆਦਮੀ ਦੀ ਜੀਵਨੀ ਵਿੱਚੋਂ ਇਮਾਨਦਾਰੀ, ਸਾਦਗੀ ਤੇ ਕੁਰਬਾਨੀ ਦੇ ਉੱਚੇ ਗੁਣਾਂ ਦਾ ਆਭਾਸ ਕਰਾਇਆ ਹੈ। ਭਗਤ ਜੀ ਕਹਾਣੀ ਦੇ ਵਿੱਚ ਉਸ ਸਮੇਂ ਦੇ ਆਮ ਸਧਾਰਨ ਆਦਮੀ ਦੀ ਜ਼ਿੰਦਗੀ ਵਿੱਚ ਇਮਾਨਦਾਰੀ, ਉਸ ਦੀ ਕੁਰਬਾਨੀ ਤੇ ਉਸ ਵਿਚਲੀ ਸਾਦਗੀ ਤੇ ਉਸ ਵਿਚਲੇ ਜਿਹੜੇ ਉੱਚੇ ਸੁੱਚੇ ਗੁਣ ਉਹਨਾਂ ਨੂੰ ਦਿਖਾਇਆ ਗਿਆ। ਉੱਚਾ ਨੱਕ ਕਹਾਣੀ ਦੇ ਰਾਹੀਂ ਲੋਕਾਂ ਦੇ ਵਿੱਚ ਜੋ ਝੂਠੀ ਲੋਕ ਲਾਜ ਆਪਣੇ ਵਿੱਚ ਰੱਖਦੇ ਆ, ਠੀਕ ਆ, ਉਸ ਦਾ ਬਨਾਵਟੀ ਬਾਣਾ ਜੋ ਉਹ ਦਿਖਾਇਆ ਗਿਆ ਉੱਚਾ ਨੱਕ ਕਹਾਣੀ ਵਿੱਚ। ਨਾਮ ਤੋਂ ਹੀ ਆਪਾਂ ਨੂੰ ਅੰਦਾਜ਼ਾ ਹੋ ਸਕਦਾ, ਅਸੀਂ ਆਪਸ਼ਨਾਂ ਨੂੰ ਪਹਿਚਾਣ ਵੀ ਸਕਦੇ ਹਾਂ। ਇਸ ਕਹਾਣੀ ਵਿੱਚ ਹੋਰ ਕੋਈ ਗੁਣ ਹੋਵੇ ਨਾ ਹੋਵੇ, ਪਰ ਇੱਕ ਗੱਲ ਦਾ ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਦੇਸ਼ ਦੀ ਪਨੀਰੀ ਜਿਨ੍ਹਾਂ ਨੇ ਵੱਡਿਆਂ ਹੋ ਕੇ ਆਪਣੇ ਸਮਾਜ ਦੀ ਫੁਲਵਾੜੀ ਬਣਨਾ ਹੈ, ਇਹਨਾਂ ਕਹਾਣੀਆਂ ਵਿੱਚੋਂ ਬਹੁਤ ਕੁਝ ਐਸੀ ਪ੍ਰੇਰਨਾ ਲੈ ਸਕੇਗੀ ਜੋ ਉਹਨਾਂ ਦੇ ਜੀਵਨ ਰਾਹਾਂ ਦੀਆਂ ਕਈ ਕਠਿਨਾਈਆਂ ਦੂਰ ਕਰਨ ਦਾ ਸਾਧਨ ਬਣਨਗੀਆਂ। ਬਹੁਤ ਲੰਮੀ ਦੂਰਦ੍ਰਿਸ਼ਟੀ ਸੀ ਇਸ ਲੇਖਕ ਦੀ, ਉਸ ਨੂੰ ਸਭ ਪਤਾ ਕਿ ਕੀ ਪ੍ਰਭਾਵ ਪਵੇਗਾ ਆਉਣ ਵਾਲੇ ਸਮਾਜ ਦੇ ਉੱਪਰ। ਇਹਨਾਂ ਪ੍ਰਸ਼ਨਾਂ ਨੂੰ ਹੁਣ ਧਿਆਨ ਨਾਲ ਕਰ ਲੈਣਾ, ਇਹ ਜ਼ਿਆਦਾ ਜ਼ਰੂਰੀ ਆਪਣੇ ਲਈ। ਨਾਨਕ ਸਿੰਘ, ਜੋ ਪਹਿਲਾ ਨਾਮ ਹੈ ਹੰਸਰਾਜ ਤੇ ਪਿਤਾ ਬਹਾਦਰ ਚੰਦ ਸੂਰੀ ਜੀ ਤੇ ਮਾਤਾ ਸਨ ਸ਼੍ਰੀਮਤੀ ਲక్ష్ਮੀ ਜੀ। ਭੈਣ ਵੀਰਾਂ ਵਾਲੀ ਤੇ ਹੋਰ ਭਰਾ, ਠੀਕ ਹੈ, ਇਹਨਾਂ ਦੇ ਸਨ। ਬਚਪਨ ਵਿੱਚ ਹੀ ਪਿਤਾ ਦੀ ਮੌਤ ਹੋ ਗਈ ਤੇ ਮਾਤਾ ਜੀ ਇੱਕ ਹਾਦਸੇ ਦੇ ਕਾਰਨ ਮੰਜੇ ਵਿੱਚ ਪੈ ਗਏ ਤੇ ਕੁਝ ਸਮੇਂ ਬਾਅਦ ਦੇਹਾਂਤ ਹੋ ਗਿਆ। ਇਹ ਮੇਰੇ ਯਾਦ ਨਹੀਂ, ਥੋੜਾ ਮੇਰੇ ਕੁਝ ਯਾਦ ਆ ਰਿਹਾ ਹੈ ਕਿ ਸ਼ਾਇਦ ਕੋਠੇ ਉੱਪਰੋਂ ਮਾਤਾ ਜੀ ਡਿੱਗੇ ਸੀ, ਪਤਾ ਨਹੀਂ ਤਾਂ ਇਹਨਾਂ ਦੀ ਜੀਵਨੀ ਵਿੱਚ ਪੜਿਆ ਤੇ ਸ਼ਾਇਦ ਇਹਨਾਂ ਦੇ ਕਿਸੇ ਨਾਵਲ ਦੇ ਪਾਤਰ ਦੀ ਮਾਤਾ ਕੋਠੇ ਤੋਂ ਡਿੱਗਦੀ ਆ, ਪਰ ਇਸ ਤਰ੍ਹਾਂ ਦੀ ਘਟਨਾ ਜ਼ਰੂਰ ਹੈ, ਪਰ ਮੈਨੂੰ ਪੂਰਾ ਚੰਗੀ ਤਰ੍ਹਾਂ ਸਪਸ਼ਟ ਯਾਦ ਨਹੀਂ ਇਹ ਚੀਜ਼, ਠੀਕ ਹੈ। ਇਹ ਆਪਾਂ ਵੈਸੇ ਯਾਦ ਵੀ ਨਹੀਂ ਕਰਨਾ, ਨਾ ਹੀ ਇਹ ਪੁੱਛਿਆ ਜਾਣਾ। ਪੜ੍ਹਾਈ 5 ਜਮਾਤਾਂ ਪੜ੍ਹੇ। 6ਵੀਂ ਜਮਾਤ ਵਿੱਚੋਂ ਪਿਤਾ ਦੇ ਦੇਹਾਂਤ ਕਾਰਨ ਹਟਣਾ ਪਿਆ। ਸਿਰਫ 5 ਜਮਾਤਾਂ ਹੀ ਪੜ੍ਹਾਈ ਕੀਤੀ। ਪਤਨੀ ਬੀਬੀ ਰਾਜ ਕੌਰ ਨਾਲ ਵਿਆਹ ਹੋਇਆ ਤੇ ਇੱਕ ਧੀ ਤੇ 5 ਪੁੱਤਰ, ਕੁੱਲ 6 ਬੱਚੇ ਸਨ। ਹੋਰ ਲੇਖਕਾਂ ਵਾਂਗ ਨਾਨਕ ਸਿੰਘ ਨੇ ਵੀ ਜੋ ਲਿਖਣ ਦੀ ਸ਼ੁਰੂਆਤ ਕੀਤੀ, ਇਹ ਕਵਿਤਾ ਲਿਖਣ ਤੋਂ ਸ਼ੁਰੂਆਤ ਕੀਤੀ। ਇਹਨਾਂ ਦੀ ਇੱਕ 8 ਪੰਨਿਆਂ ਦੀ ਲੰਮੀ ਕਵਿਤਾ ਜੋ ਇਹਨਾਂ ਨੇ ਲਿਖੀ, ਉਸ ਨੂੰ ਕਿਹਾ ਜਾਂਦਾ ਸ਼ੀ ਹਰਫੀ ਹੰਸਰਾਜ। ਹੰਸਰਾਜ ਨਾਮ ਸੀ।
ਇਹਨਾਂ ਨੇ ਆਪਣੇ ਨਾਮ ਉੱਪਰ ਹੀ ਇੱਕ ਸ਼ੀਹਰਫੀ ਲਿਖੀ ਸੀ 8 ਪੰਨਿਆਂ ਦੀ, ਜੋ ਲੰਮੀ ਕਵਿਤਾ ਸੀ। ਇਸ ਤੋਂ ਬਿਨਾਂ ਖੂਨੀ ਵਿਸਾਖੀ ਆਦਿ ਕਵਿਤਾਵਾਂ ਵੀ ਲਿਖੀਆਂ। ਖੂਨੀ ਵਿਸਾਖੀ ਕਵਿਤਾ ਵੀ ਨਾਨਕ ਸਿੰਘ ਦੀ ਹੈ। ਇਸ ਤੋਂ ਬਾਅਦ ਫਿਰ ਇਹਨਾਂ ਦੇ ਕਾਵਿ ਸੰਗ੍ਰਹਿ ਆਏ, ਸਤਿਗੁਰ ਮਹਿਮਾ, ਗੁਰਕੀਰਤ, ਖੂਨੀ ਵਿਸਾਖੀ, ਗੁਰੂ ਕੇ ਬਾਗ ਦਾ ਮੋਰਚਾ ਆਦਿ ਕਾਵਿ ਪੁਸਤਕਾਂ ਜਿਹੜੀਆਂ ਇਹਨਾਂ ਨੇ ਪ੍ਰਕਾਸ਼ਿਤ ਕਰਵਾਈਆਂ। ਇਸ ਤੋਂ ਬਾਅਦ ਆ ਜਾਂਦੀਆਂ ਕਹਾਣੀ ਸੰਗ੍ਰਹਿ ਵੀ ਨਾਨਕ ਸਿੰਘ ਦੇ ਆਏ। ਹੰਝੂਆਂ ਦੇ ਹਾਰ, ਸਦਰਾਂ ਦੇ ਹਾਰ, ਮਿੱਧੇ ਹੋਏ ਫੁੱਲ, ਠੰਡੀਆਂ ਰਾਤਾਂ, ਸੁਨਹਿਰੀ ਜਿਲਦ, ਸੁਪਨਿਆਂ ਦੀ ਕਵਰ, ਸਵਰਗ ਤੇ ਉਸਦੇ ਵਾਰਸ। ਇਹ ਕਹਾਣੀ ਸੰਗ੍ਰਹਿ ਨਾਨਕ ਸਿੰਘ ਦੇ ਹਾਰ ਵਾਲੇ, ਹੰਝੂਆਂ ਦੇ ਹਾਰ ਤੇ ਸਦਰਾਂ ਦੇ ਹਾਰ, ਮਿੱਧੇ ਹੋਏ ਫੁੱਲ, ਠੰਡੀਆਂ ਰਾਤਾਂ, ਸੁਨਹਿਰੀ ਜਿਲਦ ਜੋ ਆਪਾਂ ਉੱਪਰ ਦੇਖੀ, ਜਿਸ ਵਿਚਲੀਆਂ ਕਹਾਣੀਆਂ ਆਪਾਂ ਪੜ੍ਹੀਆਂ ਕਿਹੜੀਆਂ ਸਨ, ਸਵਰਗ ਤੇ ਉਸਦੇ ਵਾਰਸ। ਇਹ ਕਹਾਣੀ ਯਾਦ ਰੱਖਣਾ। ਅੱਗੇ ਹੈ ਕੁਝ ਪ੍ਰਸਿੱਧ ਕਹਾਣੀਆਂ ਉੱਪਰ ਆਪਾਂ ਕਹਾਣੀ ਸੰਗ੍ਰਹਿ ਕੀਤੇ। ਇਹਨਾਂ ਦਾ ਵਿਦਿਆਰਥੀਆਂ ਨੂੰ ਭੁਲੇਖਾ ਪੈ ਜਾਂਦਾ ਕਈ ਵਾਰ। ਕੱਲੋ ਕਹਾਣੀ ਕਾਫੀ ਪ੍ਰਸਿੱਧ ਕਹਾਣੀ ਹੈ, ਇਹ ਪੜ੍ਹਾਈ ਵੀ ਜਾਂਦੀ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ। ਭੂਆ, ਤਾਸ਼ ਦੀ ਆਦਤ, ਰੱਬ ਆਪਣੇ ਅਸਲੀ ਰੂਪ ਵਿੱਚ, ਮਾਂ ਦੀ ਦੌਲਤ, ਰੱਖੜੀ। ਲਗਭਗ ਇਹ ਪ੍ਰਸਿੱਧ ਕਹਾਣੀਆਂ ਕਿਸੇ ਨਾ ਕਿਸੇ ਸਿਲੇਬਸ ਵਿੱਚ ਮੌਜੂਦ ਹੈ ਜਾਂ ਪਹਿਲਾਂ ਪੜ੍ਹਾਈਆਂ ਜਾਂਦੀਆਂ ਸੀ। ਹੁਣ ਕੋਈ ਹੋਰ ਕਹਾਣੀਆਂ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਦੀਆਂ ਪੜ੍ਹਾਈਆਂ ਜਾ ਰਹੀਆਂ। ਨਾਟਕ ਵੀ ਲਿਖੇ ਨਾਨਕ ਸਿੰਘ ਨੇ। BA ਪਾਸ, ਪਾਪ ਦਾ ਫਲ, ਚੌੜ ਚਾਨਣ, ਧੋਬੀ ਦਾ ਕੁੱਤਾ। ਇਹ ਕੁਝ ਪ੍ਰਸਿੱਧ ਨਾਟਕ ਆਏ, ਆਪਾਂ ਉੱਪਰ ਵੀ 67 ਦੇ ਵਿੱਚ ਦੇਖ ਕੇ ਆਏ। BA ਪਾਸ, ਪਾਪ ਦਾ ਫਲ, ਚੌੜ ਚਾਨਣ, ਧੋਬੀ ਦਾ ਕੁੱਤਾ। ਇਸ ਤੋਂ ਬਾਅਦ ਸਵੈ ਜੀਵਨੀ, ਮੇਰੀ ਦੁਨੀਆ ਤੇ ਲੇਖ ਸੰਗ੍ਰਹਿ ਚੜ੍ਹਦੀ ਕਲਾ ਲਿਖੇ। ਲੇਖ ਸੰਗ੍ਰਹਿ ਹੈ ਨਾਨਕ ਸਿੰਘ ਦਾ ਚੜ੍ਹਦੀ ਕਲਾ। ਨਾਨਕ ਸਿੰਘ ਦੀਆਂ ਕਿਤਾਬਾਂ ਤੋਂ ਬਿਨਾਂ ਹਰ ਇੱਕ ਲਾਇਬ੍ਰੇਰੀ ਹੈ ਜਿਹੜੀ ਉਹ ਅਧੂਰੀ ਹੈ, ਇਹ ਕਿਹਾ ਆਪਾਂ ਨੂੰ ਮਿਲਦਾ ਹੈ। ਅੱਗੇ ਹੈ ਵਿਸ਼ਾ ਇਹਨਾਂ ਦਾ ਰਿਹਾ ਸਮਾਜ ਸੁਧਾਰਕ, ਧਾਰਮਿਕ, ਇਤਿਹਾਸਿਕ, ਰਾਜਨੀਤਿਕ ਅਤੇ ਵਿਦਰੋਹੀ ਸੁਰ ਵਾਲਾ। ਮੁੱਖ ਵਿਸ਼ਾ ਇਹਨਾਂ ਦਾ ਸਮਾਜ ਸੁਧਾਰਕ ਸੀ ਤੇ ਬਾਕੀ ਇਹਨਾਂ ਦੀਆਂ ਰਚਨਾਵਾਂ ਵਿੱਚ ਆਪਾਂ ਨੂੰ ਧਾਰਮਿਕ, ਇਤਿਹਾਸਕ, ਰਾਜਨੀਤਿਕ ਤੇ ਵਿਦਰੋਹੀ ਸੁਰ ਵੀ ਜਿਹੜੀ ਮਿਲਦੀ ਹੈ। ਅਕਾਲੀ ਲਹਿਰ ਦੇ ਪ੍ਰਭਾਵ ਦੇ ਅਧੀਨ ਜੇਲ੍ਹ ਦੇ ਵਿੱਚ ਜਾਣਾ ਪਿਆ। ਇੱਥੇ ਹੀ ਇਹਨਾਂ ਨੂੰ ਲਿਖਣ ਦੀ ਜੋ ਜਾਗ ਲੱਗੀ ਤੇ ਇਹਨਾਂ ਨੇ ਅੱਧ ਖਿੜੀ ਕਲੀ ਨਾਵਲ ਲਿਖਿਆ। ਇਹ ਨਾਵਲ ਛਪਿਆ ਬਾਅਦ ਵਿੱਚ ਸੀ, ਲਿਖਿਆ ਸੀ ਅੱਧ ਖਿੜੀ ਕਲੀ, ਪਰ ਇਹ ਛਪਿਆ ਬਾਅਦ ਦੇ ਵਿੱਚ ਸੀ ਕਿਉਂਕਿ ਅੰਗਰੇਜ਼ਾਂ ਨੇ ਇਸ ਨਾਵਲ ਨੂੰ ਬਾਹਰ ਨਹੀਂ ਆਉਣ ਦਿੱਤਾ ਸੀ ਜੇਲ੍ਹ ਤੋਂ, ਤੇ ਬਾਅਦ ਵਿੱਚ ਇਹ ਕਲੀ ਦੀ ਜਗ੍ਹਾ ਫੁੱਲ ਹੋ ਜਾਂਦਾ। ਅੱਧ ਖਿੜੀ ਕਲੀ ਨਾਵਲ ਲਿਖਿਆ ਉੱਥੇ ਰਹਿੰਦੇ ਹੋਏ, ਜੋ ਅੰਗਰੇਜ਼ਾਂ ਨੇ ਆਉਣ ਨਹੀਂ ਦਿੱਤਾ, ਤੇ ਇਹ ਬਾਅਦ ਦੇ ਵਿੱਚ ਕੁਝ ਸਮਾਂ ਪਾ ਕੇ ਅੱਧ ਖਿੜਿਆ ਫੁੱਲ ਦੇ ਨਾਮ ਹੇਠ ਪ੍ਰਕਾਸ਼ਿਤ ਹੋਇਆ। ਪਹਿਲਾ ਨਾਵਲ ਮਤਰੇਈ ਮਾਂ ਹੀ ਹੈ ਨਾਨਕ ਸਿੰਘ ਦਾ ਜੋ ਪ੍ਰਕਾਸ਼ਿਤ ਹੋਇਆ। ਪ੍ਰਭਾਵ ਹਿੰਦੀ ਲੇਖਕ ਮੁਨਸ਼ੀ ਪ੍ਰੇਮਚੰਦ ਦਾ ਪਿਆ। ਬੰਗਾਲੀ ਲੇਖਕ ਸ਼ਰਤ ਚੰਦਰ ਚੈਟਰਜੀ ਦਾ ਪ੍ਰਭਾਵ ਵੀ ਪਿਆ ਇਹਨਾਂ ਉੱਪਰ। ਇਸ ਤੋਂ ਬਿਨਾਂ ਹੋਰ ਵੀ ਕਈ ਲੇਖਕਾਂ ਦਾ ਪ੍ਰਭਾਵ ਪਿਆ। ਠੀਕ ਹੈ, ਜ਼ਿਆਦਾ ਪ੍ਰਭਾਵ ਤੇ ਮੁਨਸ਼ੀ ਪ੍ਰੇਮਚੰਦ ਤੋਂ ਹੋਏ। 28 ਦਸੰਬਰ 1971 ਦੇ ਵਿੱਚ ਅੰਮ੍ਰਿਤਸਰ ਪ੍ਰੀਤਨਗਰ ਦੇ ਵਿੱਚ ਦੇਹਾਂਤ ਹੋ ਗਿਆ। 28 ਦਸੰਬਰ 1971 ਦੇਹਾਂਤ ਯਾਦ ਰੱਖਣਾ। ਇਸ ਤੋਂ ਬਾਅਦ ਵਾਲੇ ਪ੍ਰਸ਼ਨ ਕੁਝ ਕਿ ਜ਼ਿਆਦਾ ਮਹੱਤਵਪੂਰਨ ਜੋ ਆ ਸਕਦੇ। ਲੋਕ ਸਾਹਿਤਕ ਮਾਸਿਕ ਪੱਤਰ ਆ ਜੋ ਰਸਾਲਾ, ਇਹ ਵੀ ਨਾਨਕ ਸਿੰਘ ਨੇ ਜਾਰੀ ਕੀਤਾ ਸੀ, ਲੋਕ ਸਾਹਿਤ ਨਾਂ ਦਾ ਰਸਾਲਾ। ਅੱਗੇ ਦੇਖੋ, ਨਾਨਕ ਸਿੰਘ ਦਾ ਪੰਜਾਬੀ ਵਿੱਚ ਉਹੀ ਸਥਾਨ ਹੈ ਜੋ ਅੰਗਰੇਜ਼ੀ ਵਿੱਚ ਹੈਨਰੀ ਫੀਲਡਿੰਗ ਦਾ ਹੈ। ਹੈਨਰੀ ਫੀਲਡਿੰਗ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ ਨਾਨਕ ਸਿੰਘ ਦੀ। ਇਹ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਪੰਜਾਬੀ ਨਾਵਲ ਦਾ ਜੋ ਅਸਲ ਪਿਤਾਮਾ ਨਾਨਕ ਸਿੰਘ ਨੂੰ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਅੰਗਰੇਜ਼ੀ ਨਾਵਲ ਦਾ ਪਿਤਾਮਾ ਹੈਨਰੀ ਫੀਲਡਿੰਗ ਨੂੰ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਅਸਲ ਪਿਤਾਮਾ ਜੋ, ਠੀਕ ਹੈ, ਨਾਵਲ ਦਾ ਅਸਲੀ ਪਿਤਾਮਾ ਨਾਨਕ ਸਿੰਘ ਨੂੰ ਹੀ ਮੰਨਿਆ ਜਾਂਦਾ ਹੈ। ਉਸੇ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਹੈਨਰੀ ਫੀਲਡਿੰਗ ਨੂੰ ਮੰਨਿਆ ਜਾਂਦਾ। ਇਸੇ ਕਰਕੇ ਦੋਨਾਂ ਦੀ ਤੁਲਨਾ ਜਿਹੜੀ ਕਰ ਦਿੱਤੀ ਜਾਂਦੀ ਹੈ। ਨਾਵਲ ਦੇ ਮੋਢੀ ਹੋਣ ਵਜੋਂ ਨਾਨਕ ਸਿੰਘ ਦੀ ਜਿਹੜਾ ਸਥਾਨ ਆ ਉਹ ਅੰਗਰੇਜ਼ੀ ਦੇ ਕਿਸ ਲੇਖਕ ਦੇ ਬਰਾਬਰ ਹੈ? ਹੈਨਰੀ ਫੀਲਡਿੰਗ ਦੇ। ਨਾਨਕ ਦੀ ਤੁਲਨਾ ਵਾਲਟਰ ਸਕਾਟ ਨਾਲ ਵੀ ਕੀਤੀ ਜਾਂਦੀ ਹੈ। ਨਾਵਲ ਕਿਉਂ ਕੀਤੀ ਜਾਂਦੀ ਹੈ? ਨਾਵਲਾਂ ਦੀ ਬਹੁਤਾਤ ਕਾਰਨ। ਵਾਲਟਰ ਸਕਾਟ ਵਾਂਗ ਨਾਨਕ ਸਿੰਘ ਨੇ ਵੀ ਵਧੇਰੇ ਨਾਵਲਾਂ ਦੀ ਰਚਨਾ ਕੀਤੀ ਹੈ। ਮਤਲਬ ਵਧੇਰੇ ਗਿਣਤੀ ਵਿੱਚ ਨਾਵਲ ਰਚਨ ਕਰਕੇ ਜੇਕਰ ਨਾਨਕ ਸਿੰਘ ਦੀ ਤੁਲਨਾ ਕਰਨੀ ਹੋਵੇ ਅੰਗਰੇਜ਼ੀ ਦੇ ਲੇਖਕ ਨਾਲੋਂ ਕੀਤੀ ਜਾਂਦੀ ਹੈ ਵਾਲਟਰ ਸਕਾਟ ਦੇ ਨਾਲ। ਇਸ ਤੋਂ ਬਾਅਦ ਨਾਨਕ ਸਿੰਘ ਦੀਆਂ ਜੋ ਰਚਨਾਵਾਂ ਉਹਨਾਂ ਵਿਚਲੀ ਸਾਦਗੀ ਦੇ ਕਰਕੇ ਇਹਨਾਂ ਦੀ ਜਿਹੜੀ
ਤੁਲਨਾ ਕੀਤੀ ਜਾਂਦੀ ਹੈ ਚਾਰਲਸ ਡੈਕਨ ਨਾਲ ਵੀ ਕੀਤੀ ਜਾਂਦੀ ਹੈ। ਨਾਨਕ ਸਿੰਘ ਦੀਆਂ ਰਚਨਾਵਾਂ ਦੀ ਸਾਦਗੀ ਪੱਖੋਂ ਉਸ ਨੂੰ ਕਿਸ ਅੰਗਰੇਜ਼ੀ ਨਾਵਲਕਾਰ ਦੇ ਬਰਾਬਰ ਮੰਨਿਆ ਜਾ ਸਕਦਾ ਜਾਂ ਕਿਹਾ ਜਾ ਸਕਦਾ? ਚਾਰਲਸ ਡੈਕਨ। ਪਹਿਲਾ ਨਾਵਲ ਇਹਨਾਂ ਦਾ ਮਤਰੇਈ ਮਾਂ 1927 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਤਰ੍ਹਾਂ ਆਪਨੇ 1927 ਤੋਂ 1971 ਈਸਵੀ ਤੱਕ ਲਗਭਗ 43-44 ਸਾਲ ਨਾਵਲਾਂ ਦੀ ਰਚਨਾ ਕੀਤੀ। ਨਾਨਕ ਸਿੰਘ ਦਾ ਨਾਮ ਪੰਜਾਬੀ ਸਾਹਿਤ ਦੇ ਵਿੱਚ ਹਮੇਸ਼ਾ ਲਈ ਅਮਰ ਹੈ। ਧੰਨਵਾਦ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।